Hello friends and viewers, my name is Gurpreet Kaur. I am your IELTS trainer. How are you? I think you are good and I am also fine. In today's video, I am going to talk about the writing task 2, that is the agree or disagree, that is discussion type essays where we discuss the two things and after that we get to an conclusion. So in this video I am going to talk about this writing task 2, that how you can write like this and score perfect band like 8 or 7 if you want. I will give the whole essay to you, that how I have written this essay and how you can write this essay. The statement of this essay is that by punishing murderers with the death penalty, society is also guilty of committing murder. Therefore, life in prison is a better punishment for murderers. To what extent do you agree or disagree with this statement? मतलब ਕੀ ਕਹਿੰਦੇ ਆ ਵੀ ਮਰਡਰਰਸ ਨੂੰ ਡੈਥ ਪੈਨਲਟੀ ਦੇਣਾ, ਇਹਦੇ ਨਾਲ ਕੀ ਆ, ਸੁਸਾਇਟੀ ਵੀ ਇੱਕ ਮਰਡਰ ਕਰ ਰਹੀ ਆ, ਇਸੇ ਕਰਕੇ ਕੀ ਆ, ਪ੍ਰਿਜ਼ਨ ਇਜ਼ ਅ ਬੈਟਰ ਪਨਿਸ਼ਮੈਂਟ ਲਾਈਫ ਇਨ ਪ੍ਰਿਜ਼ਨ, ਮਤਲਬ ਲਾਈਫ ਇੰਪ੍ਰਿਜ਼ਨਮੈਂਟ ਕੀ ਆ, ਬੈਟਰ ਪਨਿਸ਼ਮੈਂਟ ਆ ਮਰਡਰਰਸ ਦੇ ਲਈ। ਤੁਸੀਂ ਕਿੰਨੇ ਐਕਸਟੈਂਟ ਤੱਕ ਐਗਰੀ ਕਰਦੇ ਆ ਜਾਂ ਡਿਸਐਗਰੀ ਕਰਦੇ ਆ। ਇਹ ਹੁਣ ਹੈਗਾ ਆਪਣੇ ਕੋਲ ਟੂ ਵਟ ਐਕਸਟੈਂਟ। ਵਟ ਐਕਸਟੈਂਟ ਮਤਲਬ ਕਿੰਨੇ ਕੁ ਹੱਦ ਤੱਕ ਐਗਰੀ ਕਰਦੇ ਆ ਜਾਂ ਡਿਸਐਗਰੀ ਕਰਦੇ ਆ। ਆਪਾਂ ਪਾਰਸ਼ਲੀ ਵੀ ਹੋ ਸਕਦੇ ਆ, ਆਪਾਂ ਕੰਪਲੀਟਲੀ ਡਿਸਐਗਰੀ ਹੋ ਸਕਦੇ, ਆਪਾਂ ਕੰਪਲੀਟਲੀ ਐਗਰੀ ਹੋ ਸਕਦੇ ਆ। ਹੁਣ ਆਪਣੇ ਕੋਲ 2 ਪੁਆਇੰਟਸ ਤੇ ਪਹਿਲਾਂ ਹੀ ਹੈਗੇ ਆ, ਇੱਕ ਤਾਂ ਡੈਥ ਪੈਨਲਟੀ ਤੇ ਦੂਜਾ ਆਪਣੇ ਕੋਲ ਹੈਗਾ ਲਾਈਫ ਇਨ ਪ੍ਰਿਜ਼ਨ। ਜੇ ਆਪਾਂ ਪਾਰਸ਼ਲੀ ਐਗਰੀ ਕਰਦੇ ਪਏ ਤਾਂ ਆਪਣੇ ਕੋਲ 2 ਪੁਆਇੰਟਸ ਪਹਿਲਾਂ ਤੋਂ ਹੀ ਅਵੇਲੇਬਲ ਹੈਗੇ ਆ ਕਿ ਡੈਥ ਪ੍ਰਿਜ਼ਨਮੈਂਟ ਦੇ ਕੀ ਬੈਨੀਫਿਟਸ ਹੋਣਗੇ ਤੇ ਲਾਈਫ ਇਨ ਪ੍ਰਿਜ਼ਨ ਦੇ ਕੀ ਬੈਨੀਫਿਟ ਹੋਣਗੇ, ਉਹਦੇ ਬਾਰੇ ਆਪਾਂ ਗੱਲ ਕਰ ਸਕਦੇ ਹਾਂ। ਤੇ ਹੁਣ ਇਹਦੇ ਵਿੱਚ ਕੀ ਆਪਣੇ ਕੋਲ ਟਾਸਕ, ਜਿਹੜਾ ਵੀ ਕੋਈ ਵੀ ਰਾਈਟਿੰਗ ਟਾਸਕ 2 ਹੁੰਦਾ, ਉਹਦੇ ਵਿੱਚ ਆਪਾਂ ਹਮੇਸ਼ਾ ਉਸ ਸਾਈਡ ਵੱਲ ਜਾਂਦੇ ਹਾਂ ਜਿਹਦੇ ਵੱਲ ਆਪਣੇ ਕੋਲ ਆਈਡੀਆਜ਼ ਜ਼ਿਆਦਾ ਹੁੰਦੇ, ਜਿਹਨਾਂ ਆਪਾਂ ਡਿਵੈਲਪ ਜ਼ਿਆਦਾ ਕਰ ਸਕਦੇ ਹਾਂ। ਇਹਦੇ ਵਿੱਚ ਕੋਈ ਇੱਦਾਂ ਨਹੀਂ ਹੁੰਦਾ ਕਿ ਇਹ ਸਹੀ ਆ ਜਾਂ ਗਲਤ ਆ, ਇਹਦੇ ਇੰਟਿਊਸ਼ਨਸ ਵਗੈਰਾ ਕੋਈ ਕੰਮ ਨਹੀਂ ਕਰਦੀਆਂ। ਇਹਦੇ ਵਿੱਚ ਜਸਟ ਆਪਾਂ ਨੇ ਆਈਡੀਆਜ਼ ਦੇਣੇ ਹੁੰਦੇ ਆ ਜਿਹੜੇ ਵੈਲ ਡਿਵੈਲਪਡ ਹੋਣ, ਲੌਜੀਕਲ ਆਈਡੀਆਜ਼ ਹੋਣੇ ਚਾਹੀਦੇ ਤੇ ਰਿਲੇਟਡ ਟੂ ਦ ਟੌਪਿਕ ਹੋਣੇ ਚਾਹੀਦੇ ਆਈਡੀਆਜ਼ ਆਪਣੇ। ਭਲਾ ਅਸੀਂ ਨੈਗੇਟਿਵ ਕਹਿ ਰਹੇ ਹਾਂ, ਭਲਾ ਅਸੀਂ ਪੋਜ਼ੀਟਿਵ ਕਹਿ ਰਹੇ ਹਾਂ, ਉਹ ਆਪਣਾ ਓਪੀਨੀਅਨਸ ਦੇ ਰਿਗਾਰਡਿੰਗ ਕੋਈ ਬੰਦਾ ਜੱਜ ਨਹੀਂ ਕਰ ਰਿਹਾ ਆਪਾਂ ਨੂੰ ਇਸ ਟਾਸਕ ਦੇ ਵਿੱਚ। ਤੇ ਟੂ ਵਟ ਐਕਸਟੈਂਟ ਡੂ ਯੂ ਐਗਰੀ ਔਰ ਡਿਸਐਗਰੀ, ਇਹਦੇ 'ਚ ਆਪਾਂ ਐਗਰੀ, ਡਿਸਐਗਰੀ, ਪਾਰਸ਼ਲੀ ਡਿਸਐਗਰੀ ਹੋ ਸਕਦੇ ਹਾਂ, ਜਾਂ ਤੀਜਾ ਕੋਈ ਸੋਲਿਊਸ਼ਨ ਵੀ ਦੇ ਸਕਦੇ ਹਾਂ। ਇਹ ਜਿਹੜੀ ਸਾਰੀ ਚੀਜ਼ ਆ ਆਪਣੀ ਇੰਟਰੋਡਕਸ਼ਨ ਦੇ ਵਿੱਚ ਇਹਨੂੰ ਸਟੇਟ ਕਰਨਾ ਪੈਣਾ ਆਪਾਂ ਨੂੰ ਵੀ ਆਪਾਂ ਕਿਹੜੀ ਸਾਈਡ ਵੱਲ ਹੋਣ ਜਾ ਰਹੇ ਹਾਂ। ਤੇ ਹੁਣ ਇਹਦੇ ਵਿੱਚ ਮੈਂ ਕਿਵੇਂ ਲਿਖਿਆ ਇਹ ਐਸੇ ਵੀ ਮਰਡਰਰਸ ਨੂੰ ਡੈਥ ਪੈਨਲਟੀ ਦੇਣੀ, ਮੈਂ ਪਾਰਸ਼ਲੀ ਐਗਰੀ ਕੀਤੀ ਇਹਦੇ ਵਿੱਚ, ਠੀਕ ਹੈ। ਪਾਰਸ਼ਲੀ ਐਗਰੀ ਕਰਕੇ ਮੈਂ ਕੀ ਇਹਨੂੰ ਲਿਖਿਆ ਇਹ ਪੂਰੇ ਟਾਸਕ ਨੂੰ, ਤਾਂ ਕਿ ਪਾਰਸ਼ਲੀ ਐਗਰੀ ਦੇ ਵਿੱਚ ਮੇਰੇ ਕੋਲ ਇੱਕ ਤਾਂ ਸੀਗਾ ਡੈਥ ਪੈਨਲਟੀ ਵਾਲਾ, ਮੈਂ ਦੱਸ ਸਕਦੀ ਸੀ ਵੀ ਡੈਥ ਪੈਨਲਟੀ ਕਿਹਨਾਂ ਨੂੰ ਦੇਣੀ ਚਾਹੀਦੀ ਹੈ, ਅਤੇ ਦੂਜਾ ਮੈਂ ਇਹ ਦੱਸ ਸਕਦੀ ਸੀ ਵੀ ਲਾਈਫ ਇੰਪ੍ਰਿਜ਼ਨਮੈਂਟ ਕਿਹਨਾਂ ਨੂੰ ਦੇਣੀ ਚਾਹੀਦੀ, ਤਾਂ ਕਰਕੇ ਕੀ ਆ ਆਪਾਂ ਨੂੰ ਕੋਈ ਪ੍ਰੋਬਲਮ ਫੇਸ ਨਾ ਕਰਨੀ ਪੈਣ, ਲੋਕਾਂ ਨੂੰ ਵੀ ਕੋਈ ਪ੍ਰੋਬਲਮ ਫੇਸ ਨਾ ਕਰਨੀ ਪੈਣ, ਅਤੇ ਆਪਾਂ ਨੂੰ ਵੀ ਨਾ ਕਰਨੀ ਪੈਣ ਪ੍ਰੋਬਲਮਸ ਫੇਸ। ਅਤੇ ਇਹਦੀ ਜਿਹੜੀ ਇੰਟਰੋਡਕਸ਼ਨ ਆ ਉਹ ਆਪਾਂ ਪਨਿਸ਼ਮੈਂਟ ਦੇ ਉੱਤੇ ਹੀ ਲਿਖਾਂਗੇ ਵੀ ਅੱਜ ਕੱਲ੍ਹ ਕ੍ਰਿਮੀਨਲ ਜਿਹੜੀ ਐਕਟੀਵਿਟੀਜ਼ ਆ ਜਾਂ ਫਿਰ ਕ੍ਰਾਈਮ ਰੇਟ ਆ ਉਹ ਵੱਧ ਰਿਹਾ ਆ, ਜਿਹਦੇ ਕਰਕੇ ਕਈ ਲੋਕ ਕੀ ਕਹਿੰਦੇ ਆ ਵੀ ਡੈਥ ਪੈਨਲਟੀ ਦੇਣੀ ਇੱਕ ਤਰ੍ਹਾਂ ਦਾ ਕਮਿਟਿੰਗ ਅ ਮਰਡਰ ਆ, ਮਰਡਰ ਕਰਨਾ ਕਿਸੇ ਬੰਦੇ ਦਾ। ਇਸ ਲਈ ਸੁਸਾਇਟੀ ਨੂੰ ਕੀ ਕਰਨਾ ਚਾਹੀਦਾ, ਉਹਨੂੰ ਪ੍ਰਿਜ਼ਨ ਦੇਣੀ ਚਾਹੀਦੀ ਹੈ, ਲਾਈਫ ਇਨ ਪ੍ਰਿਜ਼ਨ ਦੇਣੀ ਚਾਹੀਦੀ ਹੈ। ਤੁਸੀਂ ਐਗਰੀ ਕਰਦੇ ਕਿ ਡਿਸਐਗਰੀ ਕਰਦੇ, ਆਪਾਂ ਲਾਸਟ ਲਾਈਨ ਦੇ ਵਿੱਚ ਸਟੇਟ ਕਰ ਦਾਂਗੇ ਕਿ ਮੈਂ ਕੀ ਕਰਦਾ ਇਹਦੇ ਨਾਲ। ਜੇ ਐਗਰੀ ਕਰਦੇ ਹੋਏ ਤਾਂ ਆਪਾਂ ਇਹ ਕਹੂੰਗੇ ਵੀ ਮੈਂ ਐਗਰੀ ਕਰਦਾ ਹੈ, ਜੇ ਡਿਸਐਗਰੀ ਕਰਦੇ ਆਪਾਂ ਇਹ ਕਹੂੰਗੇ ਵੀ ਮੈਂ ਡਿਸਐਗਰੀ ਕਰਦਾ ਲਾਸਟ ਲਾਈਨ ਦੇ ਇੰਟਰੋਡਕਸ਼ਨ ਦੇ ਵਿੱਚ। ਜੇ ਆਪਾਂ ਪਾਰਸ਼ਲੀ ਆ ਤਾਂ ਫਿਰ ਆਪਾਂ ਪਾਰਸ਼ਲੀ ਐਗਰੀ ਕਰ ਲਾਂਗੇ ਜਾਂ ਪਾਰਸ਼ਲੀ ਡਿਸਐਗਰੀ ਕਰ ਲਾਂਗੇ ਲਾਸਟ ਲਾਈਨ ਦੇ ਵਿੱਚ, ਬਟ ਜਿਹੜੀ ਇੰਟਰੋਡਕਸ਼ਨ ਆ ਉਹਦੇ ਲਾਸਟ ਲਾਈਨ ਦੇ ਵਿੱਚ ਆਪਾਂ ਜ਼ਰੂਰ ਦੱਸਾਂਗੇ। ਹੁਣ ਡੈਥ ਪੈਨਲਟੀ ਕਿਉਂ ਕਰਨੀ ਚਾਹੀਦੀ, ਡੈਥ ਪੈਨਲਟੀ ਕਿਉਂ ਬੈਨੀਫੀਸ਼ੀਅਲ ਆ ਜਾਂ ਕਿਉਂ ਦੇਣੀ ਚਾਹੀਦੀ ਹੈ, ਇਹਦੇ ਬਾਰੇ ਆਪਾਂ ਦੱਸ ਦਿੰਦੇ। ਡੈਥ ਪੈਨਲਟੀ ਉਹਨਾਂ ਦੇ ਲਈ ਵਧੀਆ ਹੋਊਗੀ ਜਿਹੜੇ ਕੀ ਆ ਰੈਪੀਟਡ ਕ੍ਰਾਈਮ ਕਰਦੇ ਆ, ਜਿਹੜੇ ਰਿਪੀਟਡਲੀ ਕ੍ਰਾਈਮ ਕਰਦੇ ਆ, ਉਹਨਾਂ ਦੇ ਲਈ ਇਹ ਚੀਜ਼ ਵਧੀਆ ਹੋਊਗੀ। ਜਾਂ ਫਿਰ ਜਿਹੜੇ ਲੋਕ ਕੀ ਆ, ਜਿਵੇਂ ਹੁਣ ਕਈ ਬੰਦੇ ਰੇਪ ਕਰ ਦਿੰਦੇ ਆ ਜਾਂ ਫਿਰ ਅਟੈਕ ਕਰ ਦਿੰਦੇ, ਟੈਰਰਿਸਟ ਅਟੈਕ ਹੁੰਦੇ ਆ, ਉਹਨਾਂ ਜਗ੍ਹਾ ਦੇ ਉੱਤੇ ਇੱਦਾਂ ਦੇ ਬੰਦਿਆਂ ਨੂੰ ਡੈਥ ਪੈਨਲਟੀ ਹੀ ਦੇਣੀ ਚਾਹੀਦੀ ਹੈ, ਕਿਉਂਕਿ ਇਹ ਇੱਦਾਂ ਹੀ ਠੀਕ ਹੋ ਸਕਦੇ ਆ। ਜੇ ਆਪਾਂ ਇਹਨਾਂ ਨੂੰ ਖੁੱਲ੍ਹੇ ਛੱਡੇ ਜਾਊਗਾ ਤਾਂ ਕਿ ਇਹ ਕੀ ਕਰਨਗੇ, ਦੂਜਿਆਂ ਨੂੰ ਵੀ ਇਹ ਗਲਤ ਰਸਤੇ ਦਿਖਾਉਣਗੇ।
ਤੇ ਦੂਜਾ ਆਪਾਂ ਕਹਿ ਸਕਦੇ ਹਾਂ ਵੀ ਲਾਈਫ ਇੰਪ੍ਰਿਜ਼ਨਮੈਂਟ ਉਹਨਾਂ ਲੋਕਾਂ ਨੂੰ ਦੇਣੀ ਚਾਹੀਦੀ ਜਿਨ੍ਹਾਂ ਨੇ ਕੀ ਆ ਜ਼ਿਆਦਾ ਹੀਨੀਅਸ ਕ੍ਰਾਈਮ ਨਹੀਂ ਕੀਤੇ, ਪੈਟੀ ਕ੍ਰਾਈਮਸ ਕੀਤੇ ਜਿਨ੍ਹਾਂ ਨੇ, ਤੇ ਜਿਨ੍ਹਾਂ ਨੂੰ ਕੀ ਆ ਇੱਕ ਚਾਂਸ ਦੇ ਸਕਦੀ ਹੈ ਗਵਰਨਮੈਂਟ ਤਾਂ ਕਿ ਉਹ ਕੀ ਸੁਧਰ ਸਕਣ, ਨਾਲ ਦੀ ਨਾਲ ਉਹਨਾਂ ਨੂੰ ਕੀ ਆ ਹੋਰ ਕੋਈ ਸੋਲਿਊਸ਼ਨ ਵੀ ਆਪਾਂ ਦੇ ਸਕਦੇ। ਹੁਣ ਆਪਾਂ ਪੜ੍ਹਦੇ ਹਾਂ ਵੀ ਕਿਵੇਂ ਮੈਂ ਲਿਖਿਆ ਹੋਇਆ ਟਾਸਕ, ਨਾਲ ਦੀ ਨਾਲ ਮੈਂ ਤੁਹਾਨੂੰ ਸਮਝਾਈ ਜਾਊਂਗੀ। People have controversial opinion regarding punishment to criminals who have murdered someone since death penalty used to be provided to offenders। मतलब कि लोगों के controversial ideas या opinions या regarding किहड़े आ पनिशमेंट के रिगार्डिंग जी क्रिमिनल्स नूं देनी हुंदी आपां ने जिन्हां ने किसी होर बंदे नूं मारिया आ, क्योंकि डैथ पेनल्टी दित्ती जांदी सीगी ऑफेंडर्स नूं पहलां। In contrast, they should be punished with imprisonment of life। लाइफ इंप्रिजनमेंट आ ਉਹਦੇ ਨਾਲ ਪਨਿਸ਼ ਕਰਨਾ ਚਾਹੀਦਾ ਆ। ਉਹਦੇ ਲੋਕੀ ਕੀ ਕਹਿੰਦੇ ਆ, I am partially associate myself with this due to some plausible reason। ठीक है, मैं ਇਹਦੇ ਨਾਲ ਕੀ ਆ ਪਾਰਸ਼ਲੀ ਐਸੋਸੀਏਟ ਕਰਦੀ ਹਾਂ ਇਸ ਚੀਜ਼ ਦੇ ਨਾਲ, ਪਾਰਸ਼ਲੀ ਐਗਰੀ ਕਰਦੀ ਹਾਂ ਇਸ ਚੀਜ਼ ਦੇ ਨਾਲ ਕਿ ਉਹਨਾਂ ਨੂੰ ਇਹ ਕਰਨਾ ਚਾਹੀਦਾ ਆ ਨਹੀਂ ਕਰਨਾ ਚਾਹੀਦਾ। ਠੀਕ ਹੈ, ਆਪਾਂ 2 ਪੁਆਇੰਟਸ ਹੁਣ ਆਪਣੇ ਕੋਲ ਆ ਗਏ, ਇਹਦੇ ਤੋਂ ਪਤਾ ਲੱਗ ਗਿਆ ਇੰਟਰੋਡਕਸ਼ਨ ਤੋਂ ਵੀ ਮੈਂ ਕੀ ਕਰੂੰਗੀ। ਇੱਕ ਪੁਆਇੰਟ ਮੈਂ ਦਊਂਗੀ ਡੈਥ ਪੈਨਲਟੀ ਦਾ ਕਿਉਂ ਦੇਣੀ ਚਾਹੀਦੀ, ਦੂਜਾ ਲਾਈਫ ਇੰਪ੍ਰਿਜ਼ਨਮੈਂਟ ਦਾ। ਜੇ ਮੇਰੇ ਕੋਲ 2 ਪੁਆਇੰਟਸ ਹੈਗੇ, 2 ਆਈਡੀਆਜ਼ ਹੈਗੇ ਤਾਂ ਮੈਂ 2 ਆਈਡੀਆਜ਼ ਹੀ ਦੇ ਸਕਦੀ, ਬਟ ਮੇਰੇ ਇੰਨੇ ਦੇ ਨਾਲ ਟਾਸਕ ਪੂਰਾ ਹੋ ਰਿਹਾ ਸੀ ਤਾਂ ਕਰਕੇ ਮੈਂ ਇੱਕ ਆਈਡੀਆ ਹੀ ਦਿੱਤਾ ਹੈ। ਫਸਟ ਕੀ ਆ, ਜਦੋਂ ਫਸਟ ਸਟਾਰਟ ਕਰਨਾ ਹੁੰਦਾ ਵਨ ਆਫ ਦ ਮੇਨ ਰੀਜ਼ਨਸ ਹੀ ਆਪਾਂ ਕਹਿ ਸਕਦੇ ਹਾਂ, ਵਨ ਆਫ ਦ ਮੇਨ ਕੰਟਰੀਬਿਊਟਰਸ ਵਾਈ ਡੈਥ ਪੈਨਲਟੀ ਇਜ਼ ਸੁਟੇਬਲ ਫॉर ਕਮਿਟਰਸ। ਠੀਕ ਹੈ, ਸਭ ਤੋਂ ਪਹਿਲਾ ਰੀਜ਼ਨ ਕੀ ਆ, ਕੰਟਰੀਬਿਊਟਰ ਕੀ ਆ, ਬੈਨੀਫਿਟਸ ਕੀ ਆ ਵੀ ਸੁਟੇਬਲ ਕਿਉਂ ਆ ਕਮਿਟਰਸ ਦੇ ਲਈ। ਸਿੰਸ ਸਮ ਪੀਪਲ ਆਰ ਆਫ ਸਿਕ ਮੈਂਟੈਲਿਟੀ, ਕਈ ਲੋਕੀ ਕੀ ਹੁੰਦੇ ਆ ਸਿਕ ਮੈਂਟੈਲਿਟੀ ਦੇ ਹੁੰਦੇ ਆ, ਉਹਨਾਂ ਨੂੰ ਆਈਡੀਆ ਨਹੀਂ ਹੁੰਦਾ ਵੀ ਉਹ ਕੀ ਕਰ ਰਹੇ ਕੀ ਨਹੀਂ ਕਰ ਰਹੇ। ਦੇ ਆਈਦਰ ਕਮਿਟ ਕ੍ਰਾਈਮ ਅਗੇਨ and again or have involved in some terrorist activity। ਜਿਹੜੇ ਕੀ ਆ ਵਾਰ-ਵਾਰ ਰਿਪੀਟ offenders ਹੁੰਦੇ ਆ, ਉਹ ਵਾਰ-ਵਾਰ ਕ੍ਰਾਈਮ ਕਰਦੇ ਆ ਜਾਂ ਫਿਰ ਕੀ ਆ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਹੁੰਦੇ ਆ, ਤਾਂ ਕਰਕੇ ਉਹਨਾਂ ਨੂੰ ਨਹੀਂ ਦਿੱਤਾ ਜਾ ਸਕਦਾ। ਵਿਚ ਇਜ਼ ਇਨਫ੍ਰਿੰਜਮੈਂਟ ਆਫ ਲੈਜਿਸਲੇਸ਼ਨਸ, ਜਿਹੜੇ ਕੀ ਆ ਲਾਅ ਦੀ ਰੂਲਸ ਦੀ ਉਲੰਘਣਾ ਕਰਨਾ ਹੁੰਦਾ ਹੈ। ਇੰਪਲੀਮੈਂਟਡ ਬਾਈ ਕੌਨਸਟੀਟਿਊਸ਼ਨ, ਜਿਹੜੀ ਕਿ ਕੌਨਸਟੀਟਿਊਸ਼ਨ ਨੇ ਇੰਪਲੀਮੈਂਟ ਕੀਤੇ ਹੁੰਦੇ ਆ ਲੈਜਿਸਲੇਸ਼ਨ, ਉਹਨਾਂ ਨੂੰ ਕੀ ਆ ਇਨਫ੍ਰਿੰਜ ਕਰਨਾ ਹੁੰਦਾ, ਤਾਂ ਕਰਕੇ ਕੀ ਉਹਨਾਂ ਨੂੰ ਡੈਥ ਪੈਨਲਟੀ ਦੇਣੀ ਚਾਹੀਦੀ ਹੈ। ਆਲਸੋ ਸਰਵਿੰਗ them with death will not only eliminate wastage of time of court, ਕਿਉਂਕਿ ਆਪਾਂ ਨੂੰ ਵੀ ਪਤਾ ਵੀ ਜਿਹੜੇ ਜੇ ਆਪਾਂ ਕਿਸੇ ਮਰਡਰਰਸ ਨੂੰ ਡੈਥ ਪੈਨਲਟੀ ਸਿੱਧੀ ਦੇ ਸਕਦੇ ਹਾਂ ਉਹਦੇ ਵਿੱਚ ਕੀ ਕੋਰਟ ਹੀਅਰਿੰਗਸ ਦਾ ਟਾਈਮ ਬਚ ਜੂਗਾ, ਮਨੀ ਵੀ ਬਚ ਜੂਗੀ। ਬਟ ਜੇ ਆਪਾਂ ਨਹੀਂ ਦਿੰਦੇ ਫਿਰ ਆਪਾਂ ਨੂੰ ਕੋਰਟ ਹੀਅਰਿੰਗਸ ਕਰਨੀਆਂ ਪੈਣਗੀਆਂ, ਉਸ ਤੋਂ ਬਾਅਦ ਉਹਨੂੰ ਜੱਜ ਕਰਨਾ ਪਊਗਾ ਕਿ ਇਹਨੂੰ ਡੈਥ ਪੈਨਲਟੀ ਦੇਣੀ ਆ ਜਾਂ ਫਿਰ ਇਹਨੂੰ ਕੀ ਆ ਇੰਪ੍ਰਿਜ਼ਨਮੈਂਟ ਦੇ ਵਿੱਚ ਰੱਖਣਾ ਹੈ। ਹੀਅਰਿੰਗ ਬਟ ਆਲਸੋ ਡੈਟ ਅਦਰ ਪੀਪਲ ਟੂ ਨਾਟ ਕਮਿਟ ਸੇਮ offense, ਤੇ ਦੂਜਿਆਂ ਨੂੰ ਵੀ ਡੈਟਰ ਕਰਦੀ ਹੈ ਚੀਜ਼, ਦੂਜਿਆਂ ਨੂੰ ਵੀ ਦੂਜਿਆਂ ਦੇ ਦਿਲ 'ਤੇ ਵੀ ਇੱਕ ਫੀਅਰ ਕ੍ਰੀਏਟ ਕਰਦੀ ਆ, ਮਾਈਂਡ ਦੇ ਵਿੱਚ ਫੀਅਰ ਕ੍ਰੀਏਟ ਕਰਦੀ ਆ ਕਿ ਉਹਨਾਂ ਨੇ ਸੇਮ ਚੀਜ਼ ਨਹੀਂ ਕਰਨੀ। Consequently, level of crime along with criminal will reduce to great extent। ਇਹਦੇ ਨਾਲ ਕੀ ਹੋਊਗਾ, ਇੱਕ ਤੇ ਕ੍ਰਾਈਮ ਦਾ ਲੈਵਲ ਘੱਟ ਜਾਊਗਾ, ਦੂਜਾ ਕਿ ਕ੍ਰਿਮੀਨਲਸ ਜਿਹੜੇ ਕਿ ਉਹ ਵੀ ਕਾਫੀ ਹੱਦ ਤੱਕ ਘੱਟ ਜਾਣਗੇ। ਇਹ ਪੂਰੇ ਪੈਰਾਗ੍ਰਾਫ ਦੇ ਵਿੱਚ ਆਪਾਂ ਇਹੀ ਦੱਸਿਆ ਵੀ ਡੈਥ ਪੈਨਲਟੀ ਕਿਉਂ ਦੇਣੀ ਚਾਹੀਦੀ ਹੈ। ਜਿਹੜੇ ਡੈਥ ਪੈਨਲਟੀ ਉਹਨਾਂ ਲੋਕਾਂ ਨੂੰ ਦੇਣੀ ਚਾਹੀਦੀ ਜਿਹੜੇ ਅਗੇਨ ਐਂਡ ਅਗੇਨ ਕ੍ਰਾਈਮ ਕਰਦੇ, ਜਿਹੜੇ ਸਿੱਖ ਮੈਂਟੈਲਿਟੀ ਦੇ ਹੁੰਦੇ ਲੋਕ ਜਿਨ੍ਹਾਂ ਨੇ ਕੀ ਕੋਈ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਕੀਤਾ ਹੁੰਦਾ ਹੈ, ਇਨਵੋਲਵ ਹੁੰਦੇ ਆ, ਤਾਂ ਕਿ ਕਿਉਂਕਿ ਇਹ ਇਨਫ੍ਰਿੰਜਮੈਂਟ ਹੁੰਦੀ ਆ ਲਾਜ਼ ਦੀ, ਲੈਜਿਸਲੇਸ਼ਨ ਜਿਹੜੀਆਂ ਬਣਾਈਆਂ ਗਈਆਂ ਗਵਰਨਮੈਂਟ ਦੇ ਦੁਆਰਾ। ਤੇ ਡੈਥ ਪੈਨਲਟੀ ਦੇ ਨਾਲ ਨਾਲ ਆਪਾਂ ਟਾਈਮ ਦੀ ਵੇਸਟੇਜ ਨੂੰ ਹੀ ਨਹੀਂ ਘਟਾ ਸਕਦੇ, ਬਟ ਆਲਸੋ ਉਹਦੇ ਨਾਲ ਨਾਲ ਆਪਾਂ ਕੀ ਆ ਲੋਕਾਂ ਨੂੰ ਡੈਟਰ ਵੀ ਕਰ ਸਕਦੇ ਹਾਂ ਕਿ ਉਹ ਸੇਮ ਤਰੀਕੇ ਦਾ ਕ੍ਰਾਈਮ ਨਾ ਕਰਨ, ਜਿਹਦੇ ਨਾਲ ਲੈਵਲ ਆਫ ਕ੍ਰਾਈਮ ਤੇ ਕ੍ਰਿਮੀਨਲ ਰਿਡਿਊਸ ਹੋ ਜਾਣਗੇ। ਇਹਦਾ ਰਿਜ਼ਲਟ ਕੱਢ ਦਿੱਤਾ ਆਪਾਂ ਨੇ। ਸੈਕਿੰਡ ਕੀ ਆ ਔਨ ਕੰਟਰੇਰੀ, ਇਨ ਕੰਟਰਾਸਟ, ਹਾਊ ਐਵਰ, ਵਾਈਲ, ਔਨ ਦ ਅਦਰ ਹੈਂਡ, ਆਪਾਂ ਸਾਰਾ ਕੁਝ ਲਿਖ ਸਕਦੇ ਸੀਗੇ ਬਟ ਮੈਂ ਔਨ ਕੰਟਰੇਰੀ ਲਿਖਿਆ ਇੱਥੇ। ਔਨ ਕੰਟਰੇਰੀ, ਲਾਈਫ ਪ੍ਰਿਜ਼ਨ ਇਜ਼ ਗੋਇੰਗ ਟੂ ਬੀ ਬੈਨੀਫੀਸ਼ੀਅਲ for those who are both innocent and have committed crime in self defense। मतलब ਕੀ ਆ, ਇਹ ਬੈਨੀਫੀਸ਼ੀਅਲ ਉਹਨਾਂ ਲੋਕਾਂ ਦੇ ਲਈ ਹੋਊਗੀ ਜਿਹੜੇ ਕਿ ਇਨੋਸੈਂਟ ਵੀ ਆ, ਬੋਥ ਐਂਡ ਵਾਲਾ ਸਟਰਕਚਰ ਲਗਾ ਦਿੱਤਾ, ਇਨੋਸੈਂਟ ਵੀ ਆ ਤੇ ਉਹਨਾਂ ਨੇ ਕ੍ਰਾਈਮ ਕੀਤਾ ਹੈ ਸੈਲਫ ਡਿਫੈਂਸ ਦੇ ਵਿੱਚ। ਐਟ ਦੈਟ ਪਲੇਸ ਪਨਿਸ਼ਿੰਗ them by death is against human rights।
ਜਿਹੜੀ ਕਿ ਇਹ ਚੀਜ਼ ਹੈ ਕਿਉਂਕਿ ਗਵਰਨਮੈਂਟ ਵੀ ਲੋਕਾਂ ਨੂੰ ਸੈਲਫ ਡਿਫੈਂਸ ਦੇ ਵਿੱਚ ਦਿੰਦੀ ਆ, ਇਹ ਛੋਟ ਮਿਲਦੀ ਆ ਲੋਕਾਂ ਨੂੰ। ਜੇ ਸੈਲਫ ਡਿਫੈਂਸ ਦੇ ਵਿੱਚ ਕੋਈ ਕ੍ਰਾਈਮ ਕੀਤਾ ਜਾਂਦਾ ਤੇ ਉਹਨੂੰ ਕ੍ਰਾਈਮ ਨਹੀਂ ਮੰਨਿਆ ਜਾਂਦਾ, ਕਿਉਂਕਿ ਉਹ ਬੰਦਾ ਜੇ ਉਹ ਆਪ ਨਾ ਕਰਦਾ ਇੱਦਾਂ ਤੇ ਉਹਨੂੰ ਕੀ ਆ, ਉਹ ਮਾਰ ਸਕਦਾ ਸੀ, ਉਹਦੀ ਲਾਈਫ ਵੀ ਜਾ ਸਕਦੀ ਸੀ। ਤਾਂ ਕਰਕੇ ਬਾਈ ਡੈਥ ਇਜ਼ ਗੋਇੰਗ ਅਗੇਂਸਟ ਹਿਊਮਨ ਰਾਈਟਸ 'ਤੇ ਜਾਣਾ ਹੈ। ਟੂ ਸਾਈਟ ਐਨ ਐਗਜ਼ਾਮਪਲ, ਇੱਕ ਐਗਜ਼ਾਮਪਲ ਦੇਣ ਦੇ ਲਈ, ਇਨੋਸੈਂਟਸ ਬਾਈ ਗੋਇੰਗ ਟੂ ਜੇਲ ਵਿਲ ਨੋ ਦਾ ਸਟਰਗਲ ਆਫ ਪਨਿਸ਼ਮੈਂਟ। ਇਨੋਸੈਂਟਸ ਜਿਹੜੇ ਲੋਕੀ ਆ ਉਹ ਜੇ ਜੇਲ੍ਹ ਦੇ ਵਿੱਚ ਜਾਂਦੇ ਆ, ਪ੍ਰਿਜ਼ਨ ਦੇ ਵਿੱਚ ਜਾਂਦੇ ਆ, ਤੇ ਉਹਨਾਂ ਨੂੰ ਪਤਾ ਲੱਗ ਜੂਗਾ ਪਨਿਸ਼ਮੈਂਟ ਦੀਆਂ ਸਟਰਗਲਸ ਕੀ ਹੁੰਦੀਆਂ। Along with this, if vocational training is provided to offenders, vocational training ਹੁੰਦੀ ਹੈ ਕਿਸੇ ਵੀ ਬੰਦੇ ਨੂੰ ਇੱਕ particular vocation ਦੇ ਵਿੱਚ ਇਨਵੋਲਵ ਕਰਨਾ, ਜਿਵੇਂ ਕਿ ITs ਜਿਹੜੀਆਂ ਆਪਣੇ ਖੁੱਲ੍ਹੀਆਂ ਹੋਈਆਂ ਅੱਜ ਕੱਲ੍ਹ IT ਟੈਕਨੋਲੋਜੀ ਹੈ, ਉਹਨਾਂ ਦੇ ਵਿੱਚ ਆਪਾਂ ਦੱਸ ਸਕਦੇ ਹਾਂ ਵੀ ਉਹਨਾਂ ਦੇ ਵਿੱਚ ਉਹਨਾਂ ਨੂੰ ਦੱਸਿਆ ਜਾ, ਜਿਵੇਂ ਪਲੰਬਰ ਬਣ ਸਕਦੇ, ਇਲੈਕਟ੍ਰੀਸ਼ੀਅਨਸ ਬਣ ਸਕਦੇ, ਕੋਈ ਵੀ ਜਿਹੜੇ ਵੀ ਹੁੰਦੇ ਵੈਲਡਰ ਸਾਰੇ ਬਣ ਸਕਦੇ ਇਹਦੇ 'ਚ। ਐਜ਼ ਅ ਰਿਜ਼ਲਟ ਵੈਨ ਦੇ ਵਿਲ ਕਮ ਆਊਟ ਆਫ ਪ੍ਰਿਜ਼ਨ, ਜਦੋਂ ਪ੍ਰਿਜ਼ਨ ਤੋਂ ਬਾਹਰ ਆਉਣਗੇ, ਦੇ ਵਿਲ ਨਾਟ ਇੰਡਲਜ ਇਨ ਰੋਂਗ ਡੂਇੰਗਸ, ਉਹ ਕੀ ਆ, ਦੁਆਰਾ ਤੋਂ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਜਾਣਗੇ। ਅਗੇਨ ਐਜ਼ ਦੇ ਹੈਵ ਲਰਨਡ ਹਾਊ ਟੂ ਅਰਨ ਫॉर ਫੁਲਫਿਲਿੰਗ ਡਿਮਾਂਡਸ ਆਫ ਫੈਮਿਲੀ ਬਾਈ ਟ੍ਰੇਨਿੰਗ, ਜੇ ਟ੍ਰੇਨਿੰਗ ਦੇ ਦੁਆਰਾ ਉਹਨਾਂ ਨੂੰ ਇਹ ਪਤਾ ਲੱਗ ਚੁੱਕਾ ਹੋਊਗਾ ਵੀ ਕਿਵੇਂ ਉਹ ਅਰਨ ਕਰ ਸਕਦੇ ਆ ਆਪਣੀਆਂ ਲਿਵਿੰਗਸ ਨੂੰ, ਤਾਂ ਕਿ ਉਹ ਆਪਣੀ ਫੈਮਿਲੀ ਦੀਆਂ ਡਿਮਾਂਡਸ ਨੂੰ ਪੂਰੀ ਕਰ ਸਕਣ ਟ੍ਰੇਨਿੰਗ ਦੇ ਕਰਕੇ। ਵਿਚ will assist society to neither suffer from criminal nor issue of unemployment। ਇਹਦੇ ਨਾਲ ਕੀ ਆ, ਦੋ ਫਾਇਦੇ ਹੋ ਸਕਦੇ, ਇੱਕ ਤੇ ਉਹਨਾਂ ਨੂੰ ਕ੍ਰਿਮੀਨਲ ਐਕਟੀਵਿਟੀਜ਼ ਤੋਂ ਨਹੀਂ ਸਫਰ ਕਰਨਾ ਪਊਗਾ ਸੋਸਾਇਟੀ ਨੂੰ, ਤੇ ਦੂਜਾ ਨਾਲ ਦੀ ਨਾਲ ਕੀ ਹੈ, ਇਹਦੇ ਵਿੱਚ ਅਨਇੰਪਲੋਇਮੈਂਟ ਦਾ ਜਿਹੜਾ ਇਸ਼ੂ ਆ, ਵੱਡਾ ਗ੍ਰੇਵ ਇਸ਼ੂ ਆ, ਉਹ ਵੀ ਖਤਮ ਹੋ ਜਾਊਗਾ। ਸੈਕਿੰਡ ਪੈਰਾਗ੍ਰਾਫ ਦੇ ਵਿੱਚ ਆਪਾਂ ਨੇ ਕੀ ਲਿਖਿਆ ਵੀ ਜਿਹੜੇ ਲਾਈਫ ਇਨਪ੍ਰਿਜ਼ਨਮੈਂਟ ਕਿੰਨਾਂ ਲੋਕਾਂ ਨੂੰ ਦੇਣੀ ਚਾਹੀਦੀ ਹੁੰਦੀ, ਜਿਹੜੇ ਇਨੋਸੈਂਟ ਹੁੰਦੇ ਆ, ਤੇ ਨਾਲ ਦੀ ਨਾਲ ਜਿਹੜੇ ਕੀ ਹੈ ਉਹਨਾਂ ਨੇ ਕਮਿਟ ਹੁੰਦਾ, ਕ੍ਰਾਈਮ ਕੀਤਾ ਹੁੰਦਾ ਹੈ ਆਪਣੀ ਸੈਲਫ ਡਿਫੈਂਸ ਦੇ ਵਿੱਚ। ਤੇ ਜੇ ਇਹਨਾਂ ਲੋਕਾਂ ਨੂੰ ਆਪਾਂ ਕੀ ਆ ਡੈਥ ਪੈਨਲਟੀ ਦੇ ਰਹੇ ਹਾਂ ਤੇ ਇਹ ਹਿਊਮਨ ਰਾਈਟਸ ਦੇ ਖਿਲਾਫ ਆ। ਆਪਾਂ ਐਗਜ਼ਾਮਪਲ ਦੇ ਦਿੱਤੀ, ਜੇ ਇਨੋਸੈਂਟ ਜਾ ਕੇ ਜੇਲ੍ਹ ਦੇ ਵਿੱਚ, ਇੱਕ ਤਾਂ ਉਹਨਾਂ ਨੂੰ ਇਹ ਪਤਾ ਲੱਗੂਗਾ ਵੀ ਸਟਰਗਲਸ ਕੀ ਹੁੰਦੀਆਂ, ਨਾਲ ਦੀ ਨਾਲ ਜੇ ਉਹਨਾਂ ਨੂੰ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਉਹਦੇ ਨਾਲ ਕੀ ਹੋਊਗਾ, ਉਹ ਜਦੋਂ ਪ੍ਰਿਜ਼ਨ ਤੋਂ ਬਾਹਰ ਆਉਣਗੇ ਆਪਣੀਆਂ ਰੋਂਗ ਡੂਇੰਗਸ ਦੇ ਵਿੱਚ ਧਿਆਨ ਨਹੀਂ ਦੇਣਗੇ, ਦੁਬਾਰਾ ਤੋਂ ਕ੍ਰਾਈਮ ਨਹੀਂ ਕਰਨਗੇ, ਉਹ ਕੀ ਕਰਨਗੇ, ਆਪਣੇ ਪੈਸੇ ਕਮਾਉਣਗੇ, ਆਪਣੇ ਲਾਈਫ ਨੂੰ ਵਧੀਆ ਜਿਹੇ ਤਰੀਕੇ ਨਾਲ ਜੀਣਗੇ, ਜਿਹਦੇ ਨਾਲ ਸੁਸਾਇਟੀ ਨੂੰ ਕੀ ਹੋਊਗਾ, ਨਾ ਉਹਨਾਂ ਨੂੰ ਸਫਰ ਕਰਨਾ ਪਊਗਾ ਕ੍ਰਿਮੀਨਲ ਐਕਟੀਵਿਟੀਜ਼ ਤੋਂ, ਨਾ ਹੀ ਉਹਨਾਂ ਨੂੰ ਇਸ਼ੂ ਹੋਊਗਾ ਅਨਇੰਪਲੋਇਮੈਂਟ ਦਾ। ਹੁਣ ਕਨਕਲੂਜਨ ਦੇ ਵਿੱਚ ਆਪਾਂ ਨੇ ਹਮੇਸ਼ਾ ਜਿਹੜੀ ਵੀ ਆਪਾਂ ਇੰਟਰੋਡਕਸ਼ਨ ਲਿਖੀ ਆ ਉਹਦੇ ਰਿਗਾਰਡਿੰਗ ਹੀ ਆਪਣੀ ਕਨਕਲੂਜਨ ਹੁੰਦੀ ਹੈ। ਹੁਣ ਆਪਾਂ ਦੇਖਦੇ ਕਨਕਲੂਜਨ ਕੀ ਹੈ ਦੀ। ਟੂ ਕਨਕਲੂਡ, ਆਲਦੋ ਨੰਬਰ ਆਫ ਕ੍ਰਿਮੀਨਲਸ ਅਲੋਂਗ ਵਿਦ ਕ੍ਰਾਈਮਸ ਹੈਜ਼ ਬਿਨ ਐਕਸਕਲੇਟਿੰਗ ਸਿੰਸ ਲਾਸਟ ਡੈਕੇਡ ਤੋਂ ਲੈ ਕੇ ਨੰਬਰ ਆਫ ਕ੍ਰਿਮੀਨਲਸ ਅਲੋਂਗ ਵਿਦ ਕ੍ਰਾਈਮ ਜਿਹੜਾ ਕਿ ਉਹ ਵੱਧ ਰਿਹਾ ਆ। Offenders should be treated after exploring circumstances of reasons of wrongdoing, ਮਤਲਬ ਕਿ ਕ੍ਰਿਮੀਨਲਸ ਨੂੰ ਉਸ ਤੋਂ ਬਾਅਦ ਹੀ ਟਰੀਟ ਕੀਤਾ ਜਾਣਾ ਚਾਹੀਦਾ ਜਦੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਰੀਜ਼ਨ ਕੀ ਸੀਗੇ। ਵਿਚ ਵਿਲ ਸਰਵ ਬੈਟਰ ਇਨ ਪਰਟੀਕੂਲਰ ਕੇਸ, ਜਿਹੜਾ ਕਿ ਕਿਸੇ ਵੀ ਵਧੀਆ ਕੇਸ ਦੇ ਵਿੱਚ, ਕਿਸੇ ਵੀ ਕੇਸ ਦੇ ਵਿੱਚ ਇੱਕ ਕੀ ਹੈ ਬੈਟਰਲੀ ਸਰਵ ਕੀਤਾ ਜਾਊਗਾ। ਉਹੀ ਆਪਾਂ ਦੱਸਿਆ ਨਾ ਪਿੱਛੇ ਕਿ ਇਹਦੇ ਅਕੋਰਡਿੰਗ ਜਿਵੇਂ ਆਪਾਂ ਕਿਸੇ ਨੇ ਰਿਪੀਟ ਅਫੈਂਡਰਸ ਆ ਉਹਨਾਂ ਨੂੰ ਕੀ ਡੈਥ ਪੈਨਲਟੀ ਦੇਣੀ ਚਾਹੀਦੀ ਆ, ਜਿਹੜੇ ਕੀ ਆ ਜਿਨ੍ਹਾਂ ਨੇ ਪੈਟੀ ਕ੍ਰਾਈਮਸ ਕੀਤੇ ਆ, ਜਿਹੜੇ ਜਾਂ ਫਿਰ ਇਨੋਸੈਂਟ ਆ ਜਿਨ੍ਹਾਂ ਨੇ ਕ੍ਰਾਈਮ ਕੀਤਾ ਹੈ ਬਟ ਆਪਣੇ ਸੈਲਫ ਡਿਫੈਂਸ ਦੇ ਲਈ ਕੀਤਾ, ਉਹਨਾਂ ਨੂੰ ਕੀ ਆ ਪਰਟੀਕੂਲਰ ਕੇਸ ਦੇ ਰਿਗਾਰਡਿੰਗ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ, ਉਹਨਾਂ ਨੂੰ ਡੈਥ ਪੈਨਲਟੀ ਨਹੀਂ ਦੇਣੀ ਚਾਹੀਦੀ, ਉਹਨਾਂ ਨੂੰ ਲਾਈਫ ਇਨਪ੍ਰਿਜ਼ਨਮੈਂਟ ਦੇਣੀ ਚਾਹੀਦੀ ਹੈ। ਇਹ ਸੀਗਾ ਆਪਣਾ ਹੋਲ ਟਾਸਕ, ਜਿਹਦੇ ਵਿੱਚ ਕਿ 250 ਤੋਂ ਉੱਪਰ ਵਰਡ ਹੋ ਗਏ ਹੋਣੇ ਆਰਾਮ ਦੇ ਨਾਲ। ਅਤੇ ਆਪਾਂ ਇਹਦੇ 'ਚ ਕਾਫੀ ਜ਼ਿਆਦਾ ਵੋਕੈਬਲਰੀ ਵੀ ਯੂਜ਼ ਕੀਤੀ ਆ, ਜਿਵੇਂ ਕਿ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਕੰਟਰੋਵਰਸ਼ੀਅਲ ਇਸ਼ੂ। ਗ੍ਰਾਮਰ ਦੀ ਰੇਂਜ ਵੀ ਆਪਾਂ ਨੇ ਕਾਫੀ ਜ਼ਿਆਦਾ ਯੂਜ਼ ਕੀਤੀ ਆ, ਜਿਵੇਂ ਸਟੇਟਮੈਂਟਸ ਯੂਜ਼ ਕੀਤੀਆਂ ਆਪਾਂ ਨੇ, ਹੈਵ ਮਰਡਰਡ ਯੂਜ਼ ਕੀਤਾ, ਪਰਫੈਕਟ ਯੂਜ਼ ਕੀਤਾ ਹੈ, ਯੂਜ਼ ਟੂ ਬੀ ਇਹ ਪਾਸਟ ਦੀ ਟੈਂਸ ਆ, ਸ਼ੁੱਡ ਬੀ ਫਿਊਚਰ ਇੰਡੈਫੀਨਿਟ ਦਾ ਪੈਸਿਵ ਆ, ਆਈ ਐਮ ਪਾਰਸ਼ਲੀ ਐਸੋਸੀਏਟ ਇਹ ਸਟੇਟਮੈਂਟ ਆ। ਫਿਰ ਕੀ ਆ ਸੁਟੇਬਲ ਫॉर ਇਜ਼ ਸੁਟੇਬਲ ਇਹ ਵੀ ਸਟੇਟਮੈਂਟ ਆ। ਫਿਰ ਦੀ ਆਈਦਰ ਸਮ ਪੀਪਲ ਆਰ ਆਫ ਸਿੱਖ ਮੈਂਟੈਲਿਟੀ ਹੈਵ ਇਨਵੋਲਵਡ ਇਹ ਵੀ ਪਰਫੈਕਟ ਆ। ਵਿਚ ਇਜ਼ ਇਨਫ੍ਰਿੰਜਮੈਂਟ ਆਲਸੋ ਸਰਵਿੰਗ ਦੈਮ ਵਿਦ ਡੈਥ ਵਿਲ ਨਾਟ ਓਨਲੀ ਵਿਲ ਫਿਊਚਰ ਦੈਨ ਫਿਰ ਉਸ ਤੋਂ ਬਾਅਦ
crime along with will reduce, ਇਹ ਵੀ future ਦਾ tense ਆ। is going to be beneficial, ਇਹ ਵੀ future ਦੇ ਵਿੱਚ ਆਪਾਂ use ਕਰਦੇ ਹਾਂ। at that place against human right innocent by going to jail, ਇਹ ਕੀ ਆ indefinite ਆ, ਜੇ ਉਹ ਜਾਂਦੇ ਆ ਤੇ। ਦੈਨ ਉਸ ਤੋਂ ਬਾਅਦ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਂਦੀ ਆ ਜਦੋਂ ਉਹ ਆਉਣਗੇ will, ਫਿਰ ਉਸ ਤੋਂ ਬਾਅਦ no have learnt ਪਰਫੈਕਟ ਯੂਜ਼ ਕਰ ਲਿਆ, ਫਿਰ ਤੋਂ ਆਪਾਂ ਨੇ ਅਸਿਸਟ ਕਰੂਗਾ ਉਹਨਾਂ ਨੂੰ, ਫਿਰ ਤੋਂ ਆਪਾਂ ਨੇ ਫਿਊਚਰ ਯੂਜ਼ ਕੀਤਾ। ਫਿਰ ਇਸ ਦੇ ਵਿੱਚ ਕੀ ਆ ਹੈਵ ਬਿਨ ਪਰਫੈਕਟ ਕੰਟੀਨਿਊਸ ਟੈਂਸ ਯੂਜ਼ ਕੀਤਾ, ਪ੍ਰੈਜ਼ੈਂਟ ਦਾ ਸ਼ੁੱਡ ਬੀ ਫਿਊਚਰ ਦਾ ਪੈਸਿਵ ਯੂਜ਼ ਕਰ ਲਿਆ ਆਪਾਂ ਨੇ, ਵਿਲ ਸਰਵ ਇਹ ਆਪਾਂ ਫਿਊਚਰ ਯੂਜ਼ ਕਰ ਲਿਆ। ਇਹਦੇ ਵਿੱਚ ਕੀ ਆਪਾਂ ਨੇ ਟੈਂਸ ਜ਼ਿਆਦਾ ਜਿਹੜੇ ਕਿ ਆਪਾਂ ਨੇ ਸਟੇਟਮੈਂਟ ਯੂਜ਼ ਕੀਤੀਆਂ, ਇੰਡੈਫੀਨਿਟ ਯੂਜ਼ ਕੀਤਾ, ਪਾਸਟ ਯੂਜ਼ ਕੀਤਾ, ਪਰਫੈਕਟ ਯੂਜ਼ ਕੀਤਾ, ਫਿਊਚਰ ਦੇ ਯੂਜ਼ ਕੀਤੇ ਆ, ਪੈਸਿਵ ਅਤੇ ਐਕਟਿਵ, ਪਰਫੈਕਟ ਕੰਟੀਨਿਊਸ ਯੂਜ਼ ਕੀਤਾ। ਜਿਹੜੇ ਕਿ ਟੈਂਸ ਆਪਾਂ ਯੂਜ਼ ਕਰ ਸਕਦੇ ਸੀ ਸਾਰੇ ਆਪਾਂ ਨੇ ਯੂਜ਼ ਕੀਤੇ। ਇਹਦੇ ਵਿੱਚ ਆਪਾਂ ਨੇ ਕੰਡੀਸ਼ਨਲਸ ਵੀ ਲਗਾਇਆ, ਨਾਟ ਓਨਲੀ ਬਟ ਆਲਸੋ, ਆਈਦਰ ਅਤੇ ਔਰ ਵਾਲਾ ਸਟਰਕਚਰ ਲਗਾਇਆ ਆਪਾਂ ਨੇ, ਨਾਟ ਓਨਲੀ ਬਟ ਆਲਸੋ ਵਾਲਾ ਸਟਰਕਚਰ ਲਗਾਇਆ। ਫਿਰ ਉਸ ਤੋਂ ਬਾਅਦ ਬੋਥ ਐਂਡ ਵਾਲਾ ਸਟਰਕਚਰ ਲਗਾਇਆ ਆਪਾਂ ਨੇ। ਫਿਰ ਆਪਾਂ ਨੇ ਆਲਦੋ ਅਤੇ ਕੋਮਾ ਵਾਲਾ ਸਟਰਕਚਰ ਲਗਾਇਆ, ਯੈਟ ਵਾਲਾ ਜਿਹੜਾ ਸਟਰਕਚਰ ਹੁੰਦਾ ਆ। ਫਿਰ ਉਸ ਤੋਂ ਬਾਅਦ ਆਪਾਂ ਨੇ ਨਾਈਦਰ ਅਤੇ ਨੋਰ ਵਾਲਾ ਸਟਰਕਚਰ ਲਗਾਇਆ ਸੀਗਾ। ਫਿਰ ਇਫ ਅਤੇ ਦੈਨ ਵਾਲਾ ਸਟਰਕਚਰ ਲਗਾਇਆ ਇੱਥੇ ਆਪਾਂ ਨੇ। ਸਾਰੇ ਸਟਰਕਚਰ ਆਪਾਂ ਜਿੰਨੇ ਲਗਾ ਸਕਦੇ ਸੀ ਆਪਾਂ ਨੇ ਓਨੇ ਲਗਾਏ ਆ। ਇਹ ਵੀਡੀਓ ਸੀਗੀ ਟੂਡੇ ਟਾਸਕ ਦੀ, ਜਿਹੜੀ ਤੁਸੀਂ ਦੇਖਿਆ ਵੀ ਜਿਹਦੇ ਵਿੱਚ ਕਿਵੇਂ ਆਪਾਂ ਵਧੀਆ ਟਾਸਕ ਲਿਖ ਸਕਦੇ ਹਾਂ ਇੱਕ ਵਿਦਾਊਟ ਹੈਵਿੰਗ ਐਨੀ ਬਰਡਨ ਔਨ ਆਰ ਮਾਈਂਡ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਜਿਹੜੇ ਵੀ ਆਇਲਸ ਕਰ ਰਹੇ ਆ। ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਪ੍ਰੈਸ ਕਰ ਲਿਓ ਤਾਂ ਕਿ ਮੈਂ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕਰਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ। ਥੈਂਕਸ ਫॉर गिविंग मी योर प्रीशियस टाइम गाइज एंड हैव अ नाइस डे।